मीडियम वेव 343.6 मीटर यानी 873 किलो हर्ट्स, FM बैंड 100.8 मैगा हर्ट्स फाजिलका, FM बैंड 100.9 मैगा हर्ट्स कसौली ते DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਇਹ ਆਕਾਸ਼ਵਾਣੀ ਹੈ। ਪੇਸ਼ੇ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ ਤੀਜੀ ਕੜੀ। ਇਹ ਆਲ ਇੰਡੀਆ ਰੇਡੀਓ ਹੈ। ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਪੇਸ਼ ਹੈ ਜਲਵਾਯੂ ਬਦਲਾਅ ਵਿਗਿਆਨ ਦੇ ਸਾਡੇ ਨਵੇਂ ਲੜੀਵਾਰ ਬਦਲਦਾ ਜਲਵਾਯੂ ਦੀ ਤੀਜੀ ਕੜੀ। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਜਲਵਾਯੂ ਬਦਲਾਅ ਵਿਗਿਆਨ ਦੇ ਇਸ ਲੜੀਵਾਰ ਬਦਲਦਾ ਜਲਵਾਯੂ ਦੀ ਤੀਜੀ ਕੜੀ 'ਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਜੀ ਹਾਂ, ਇਸ ਵਿਗਿਆਨ ਲੜੀਵਾਰ ਦੀ ਪਿਛਲੀ ਕੜੀ ਕੀ ਹੈ ਜਲਵਾਯੂ ਬਦਲਾਅ, ਕਿਵੇਂ ਹੈ ਇਹ ਵੱਖ ਮੌਸਮ ਨਾਲੋਂ, ਤੁਸੀਂ ਸੁਣੀ ਸੀ ਕਹਾਣੀ ਸਾਡੇ ਆਧੁਨਿਕ ਵਿਕਾਸ ਦੇ ਮਾਡਲ ਕਾਰਨ ਇਸ ਧਰਤ ਗ੍ਰਹਿ ਤੇ ਬਦਲਦੇ ਜਲਵਾਯੂ ਬਾਬਤ। ਸੁਣਿਆ ਸੀ ਤੁਸੀਂ ਕਿ ਕਿਸ ਨੂੰ ਕਹਿੰਦੇ ਨੇ ਮੌਸਮ, ਕੀ ਹੈ ਅੰਤਰ ਜਲਵਾਯੂ ਤੇ ਮੌਸਮ 'ਚ। ਸੁਣਿਆ ਸੀ ਕਿ ਕਿਵੇਂ ਸਾਡੇ ਰੋਜ਼ਾਨਾ ਜੀਵਨ 'ਚ ਕਿਸੇ ਦਿਨ ਪੈਂਦੀ ਗਰਮੀ, ਸਰਦੀ, ਚਲਦੀ ਹਵਾ, ਕੋਹਰਾ, ਸਿੱਲ, ਬੱਦਲ ਤੇ ਵਰਖਾ ਆਦਿ ਨੂੰ ਕਹਿੰਦੇ ਨੇ ਮੌਸਮ। ਵੇਖੋ ਜੀ, ਕਹਾਣੀ ਅਸੀਂ ਦਿੱਤੀ ਸੀ ਸੁਣਾ ਕਿ ਮੌਸਮ ਸਾਰੇ ਬਦਲਦੇ ਨੇ ਸੂਰਜ ਦੀ ਊਰਜਾ ਦੇ ਹਿਸਾਬ ਨਾਲ। ਸੁਣਾਈ ਸੀ ਕਹਾਣੀ ਕਿ ਬਦਲਦੀਆਂ ਰੁੱਤਾਂ ਵੀ ਨੇ ਮੌਸਮ ਦਾ ਹੀ ਬਦਲਾਅ। ਜਦੋਂ ਜ਼ਿਆਦਾ ਪੈਂਦੀ ਹੈ ਗਰਮੀ ਤਾਂ ਕਿਵੇਂ ਹਵਾ ਦਾ ਸਥਾਨਿਕ ਦਬਾਅ ਘਟਣ ਕਰਕੇ ਆਉਂਦੀਆਂ ਨੇ ਹਨੇਰੀਆਂ ਤੇ ਝੱਖੜ। ਸੁਣਿਆ ਸੀ ਕਿ ਮੌਸਮ ਤਾਂ ਹੈ ਮਨੁੱਖੀ ਰੋਜ਼ਮर्रा ਦਾ ਅਨੁਭਵ, ਪਰ ਜਲਵਾਯੂ ਹੈ ਇੱਕ ਵਿਗਿਆਨਕ ਹਿਸਾਬ ਕਿਤਾਬ। ਇਹ ਹੈ ਗਣਨਾ ਦਾ ਮਾਮਲਾ, ਇੱਕ ਪੂਰਾ ਸਟੀਕ ਵਿਗਿਆਨ। ਇਹ ਨਹੀਂ ਕੰਮ ਦਿਨਾਂ, ਮਹੀਨਿਆਂ ਜਾਂ 1-2 ਸਾਲ ਦਾ। ਜੀ ਹਾਂ, ਕਿਸੇ ਥਾਂ ਦਾ ਜਲਵਾਯੂ ਬਣਦਾ ਹੈ 3 ਕੁ ਦਹਾਕਿਆਂ ਦੇ ਮੌਸਮ ਦੀ ਗਣਨਾ ਕਰਕੇ। ਹਿਸਾਬ ਕਿਤਾਬ ਲਗਾ ਕੇ ਅਸੀਂ ਕਹਿ ਸਕਦੇ ਹਾਂ ਕਿ ਕਿਸ ਥਾਂ ਦਾ ਜਲਵਾਯੂ ਖੁਸ਼ਕ ਜਾਂ ਤਰ ਹੈ ਜਾਂ ਫਿਰ ਠੰਡਾ ਜਾਂ ਗਰਮ ਹੈ। ਅੱਜ ਦੀ ਇਸ ਕੜੀ 'ਚ ਸੁਣਾਂਗੇ ਅਸੀਂ ਕਹਾਣੀ ਕਿ ਕਿਹੜੇ ਨੇ ਉਹ ਵੱਖ-ਵੱਖ ਕਾਰਕ ਜ਼ਿੰਮੇਵਾਰ ਨੇ ਜੋ ਸਾਡੇ ਇਸ ਧਰਤ ਗ੍ਰਹਿ ਦੀ ਜਲਵਾਯੂ ਪ੍ਰਣਾਲੀ ਵਾਸਤੇ। ਕੀ ਹੈ ਭੂਮਿਕਾ ਇਹਨਾਂ ਵੱਖ-ਵੱਖ ਕਾਰਕਾਂ ਦੀ ਧਰਤੀ ਦੀ ਜਲਵਾਯੂ ਪ੍ਰਣਾਲੀ 'ਚ। ਲਓ ਸੁਣੋ ਇਸ ਨਵੇਂ ਲੜੀਵਾਰ ਬਦਲਦਾ ਜਲਵਾਯੂ ਦੀ ਤੀਜੀ ਕੜੀ, ਧਰਤ ਗ੍ਰਹਿ ਦੀ ਜਲਵਾਯੂ ਪ੍ਰਣਾਲੀ ਲਈ ਜ਼ਿੰਮੇਵਾਰ ਕਾਰਕ। ਧਿਆਨ ਨਾਲ ਸੁਣਨਾ ਸਾਡੀ ਅੱਜ ਦੀ ਇਸ ਕੜੀ ਨੂੰ, ਕਿਉਂਕਿ ਇਸ ਕੜੀ ਦੇ ਅੰਤ 'ਚ ਅਸੀਂ ਤੁਹਾਨੂੰ ਪੁੱਛਾਂਗੇ ਕੁਝ ਸਵਾਲ ਜਿਨ੍ਹਾਂ ਦੇ ਸਹੀ ਜਵਾਬ ਦੇ ਕੇ ਤੁਸੀਂ ਜਿੱਤ ਸਕਦੇ ਹੋ ਇਨਾਮ। ਜੇਤੂਆਂ ਦੇ ਨਾਂ ਅਸੀਂ ਆਉਣ ਵਾਲੀਆਂ ਕੜੀਆਂ 'ਚ ਪ੍ਰਸਾਰਿਤ ਕਰਾਂਗੇ, ਸੋ ਧਿਆਨ ਨਾਲ ਸੁਣਨਾ ਸਾਡੀ ਅੱਜ ਦੀ ਕੜੀ, ਧਰਤ ਗ੍ਰਹਿ ਦੀ ਜਲਵਾਯੂ ਪ੍ਰਣਾਲੀ ਦੇ ਲਈ ਜ਼ਿੰਮੇਵਾਰ ਕਾਰਕ। ਸਾਡਾ ਸਕੂਲ ਤਾਂ ਸਭ ਤੋਂ ਹੀ ਚੰਗਾ ਹੈ। ਇੱਥੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਸਾਨੂੰ ਫਿਲਮਾਂ ਵੀ ਵਿਖਾਉਂਦੇ ਨੇ। ਅੱਜ ਸਾਨੂੰ ਜਿਹੜੀ ਜਲਵਾਯੂ ਪਰਿਵਰਤਨ ਤੇ ਫਿਲਮ ਦਿਖਾਈ, ਮੈਨੂੰ ਤਾਂ ਬੜਾ ਹੀ ਮਜ਼ਾ ਆਇਆ। ਹੈ ਫਿਲਮ ਵਿੱਚ ਵਿਖਾਈ ਉਸ ਤਬਾਹੀ ਤੋਂ ਮਜ਼ਾ। ਇਹ ਤਬਾਹੀ ਤਾਂ ਦਰਅਸਲ ਪ੍ਰਤੀਕਿਰਿਆ ਹੈ। ਪ੍ਰਤੀਕਿਰਿਆ ਕੀ ਮਤਲਬ ਸਰ? ਇਸ ਬਾਰੇ ਅਸੀਂ ਗੱਲ ਕਰਾਂਗੇ ਪਰਸੋਂ ਦੀ ਕਲਾਸ 'ਚ। ਦੇਖੋ ਕੱਲ ਦੀ ਛੁੱਟੀ ਹੈ। ਇਹ ਫਿਲਮ ਜਿਹੜੀ ਤੁਸੀਂ ਹੁਣੇ ਦੇਖੀ ਹੈ, ਇਸ ਦੇ ਬਾਰੇ ਸਾਰੇ ਜਾਣੇ ਇੱਕ ਲੇਖ ਲਿਖ ਕੇ ਲਿਆਈਓ। ਤੁਹਾਡੇ ਮਨ ਦੇ ਪ੍ਰਸ਼ਨਾਂ ਦੇ ਹੱਲ ਸੋਚਣਾ ਤੇ ਲੱਭਣਾ, ਮਤਲਬ ਸਾਰੀ ਚਰਚਾ ਕਰਨਾ ਹੁਣ ਸਾਡਾ ਕੰਮ ਰਹੇਗਾ ਪਰਸੋਂ ਦੀ ਕਲਾਸ 'ਚ। ਜ਼ਰੂਰ ਸਰ। ਬਾਏ ਸਰ। ਬਾਏ। ਸੁਮਿਤ, ਤੂੰ ਤਾਂ ਬੱਸ 'ਚ ਹੀ ਸੌਂ ਗਿਆ ਸੀ। ਦੀਦੀ ਮੈਨੂੰ ਇੱਕ ਸੁਪਨਾ ਆਇਆ ਸੀ। ਸੁਪਨਾ? ਕਿਹਦਾ ਸੁਪਨਾ? ਯਾਦ ਹੈ ਸਾਨੂੰ ਸਰ ਨੇ ਜਲਵਾਯੂ ਪਰਿਵਰਤਨ ਬਾਰੇ ਕੀ ਦੱਸਿਆ ਸੀ? ਹਾਂ, ਇਹੀ ਕਿ ਜਲਵਾਯੂ ਪਰਿਵਰਤਨ ਇੱਕ ਪ੍ਰਤੀਕਿਰਿਆ ਹੈ। ਜਿਹੜੀ ਫਿਲਮ ਅਸੀਂ ਵੇਖੀ ਸੀ ਉਹ ਵੀ ਤਾਂ ਪ੍ਰਤੀਕਿਰਿਆ ਹੀ ਸੀ, ਚੇਤਾਵਨੀ ਸੀ, ਵਾਰਨਿੰਗ ਆਉਣ ਵਾਲੀਆਂ ਮੁਸੀਬਤਾਂ ਦੀ। ਮੈਂ ਨਾ ਹੁਣੇ ਇੱਕ ਸੁਪਨਾ ਵੇਖਿਆ ਦੀਦੀ, ਮੈਂ ਨਾ ਜਲਦੀ ਘਰ ਪਹੁੰਚਣਾ। ਲੈ ਆ ਗਿਆ ਆਪਣਾ ਘਰ ਵੀ। ਬੱਚਿਓ ਆ ਗਏ ਤੁਸੀਂ? ਕਿਵੇਂ ਰਿਹਾ ਅੱਜ ਦਾ ਦਿਨ? ਇਹਨੂੰ ਕੀ ਹੋਇਆ?
ਮੰਮਾ ਅੱਜ ਨਾ ਚੌਥਾ ਸ਼ਨੀਵਾਰ ਹੈ। ਸਾਨੂੰ ਸਕੂਲ 'ਚ ਧਰਤੀ ਤੇ ਵਾਤਾਵਰਣ ਬਾਰੇ ਇੱਕ ਫਿਲਮ ਦਿਖਾਈ ਗਈ ਸੀ। ਅੱਛਾ। ਉਸ 'ਚ ਬਹੁਤ ਸਾਰਾ ਐਕਸ਼ਨ ਵੀ ਸੀ। ਵੀਰਾ ਫਿਲਮ ਦੇਖਣ ਤੋਂ ਬਾਅਦ ਕਾਫੀ ਅਜੀਬੋ-ਗਰੀਬ ਜਿਹਾ ਵਰਤਾਓ ਕਰ ਰਿਹਾ। ਉਹ ਤਾਂ ਅੱਜ ਬੱਸ 'ਚ ਹੀ ਸੌਂ ਗਿਆ ਸੀ। ਮੰਮਾ ਮੈਂ ਬੱਸ 'ਚ ਇੱਕ ਅਜੀਬ ਸੁਪਨਾ ਵੇਖਿਆ। ਅਜੀਬ ਸੁਪਨਾ? ਕਿਹੋ ਜਿਹਾ ਅਜੀਬ ਸੁਪਨਾ? ਮੰਮਾ ਸੁਪਨੇ 'ਚ ਮੈਂ ਵੇਖਿਆ ਕਿ ਰੁੱਖ ਰੋ ਰਹੇ ਨੇ, ਤੜਪ ਰਹੇ ਨੇ, ਧਰਤੀ ਫਟ ਗਈ ਹੈ, ਧਰਤੀ ਅੰਦਰੋਂ ਪੀਲੀ ਰੋਸ਼ਨੀ ਨਿਕਲ ਰਹੀ ਸੀ ਤੇ ਹੋਰ ਬਹੁਤ ਕੁਝ ਤਾਂ ਮੈਨੂੰ ਸਮਝ ਹੀ ਨਹੀਂ ਆਇਆ। ਮੰਮਾ ਲੋਕ ਵੀ ਧਰਤੀ ਦੇ ਅੰਦਰ ਡਿੱਗ ਰਹੇ ਸੀ। ਬਰਫ਼ ਦਾ ਇੱਕ ਵੱਡਾ ਸਾਰਾ ਟੁਕੜਾ ਤੇਜ਼ੀ ਨਾਲ ਪਿਘਲ ਰਿਹਾ ਸੀ। ਅਚਾਨਕ ਮੈਂ ਉਹਦੇ ਠੰਡੇ ਠਾਰ ਪਾਣੀ 'ਚ ਡੁੱਬਣ ਲੱਗਾ ਮੰਮਾ, ਤਾਂ ਫਿਰ ਮੇਰੀ ਅੱਖ ਖੁੱਲ ਗਈ। ਅੱਛਾ, ਪਰ ਅਜਿਹਾ ਸੁਪਨਾ ਕਿਉਂ ਵੇਖਿਆ ਤੂੰ? ਮੰਮਾ ਅੱਜ ਕਲਾਸ 'ਚ ਸਰ ਨੇ ਧਰਤੀ ਤੇ ਜਲਵਾਯੂ ਦੇ ਅਲੱਗ-ਅਲੱਗ ਮੰਡਲਾਂ ਬਾਰੇ ਦੱਸਿਆ ਸੀ, ਜਿਵੇਂ ਵਾਯੂ ਮੰਡਲ, ਜਲ ਮੰਡਲ, ਥਲ ਮੰਡਲ, ਹਿਮ ਮੰਡਲ ਤੇ ਜੈਵ ਮੰਡਲ। ਇਹਦੇ ਬਾਰੇ ਸਾਨੂੰ ਇੱਕ ਫਿਲਮ ਵੀ ਵਿਖਾਈ ਸੀ। ਇਸ 'ਚ ਕਿਹੜੀ ਵੱਡੀ ਗੱਲ ਹੈ? ਇਸ ਦੇ ਬਾਰੇ 'ਚ ਸਾਨੂੰ ਵੀ ਤਾਂ ਦੱਸਿਆ ਗਿਆ। ਹਾਂ ਤੈਨੂੰ ਤਾਂ ਸਭ ਹੀ ਪਤਾ ਹੈ। ਤੂੰ ਚੁੱਪ ਕਰ। ਮੈਂ ਸਮਝਾਨੀ ਹਾਂ, ਤੁਹਾਡੀ ਚਿੰਤਾ ਵੀ ਮੈਨੂੰ ਸਮਝ ਆ ਰਹੀ ਹੈ। ਤੁਸੀਂ ਅਜੇ ਬੱਚੇ ਹੋ, ਤੁਹਾਡੇ ਮਨ 'ਚ ਇਹ ਸਵਾਲ ਉੱਠਣੇ ਲਾਜ਼ਮੀ ਨੇ। ਹੁਣ ਸ਼ਾਂਤੀ ਬਖਸ਼ੋ, ਮੈਂ ਟੀਵੀ ਵੇਖਣਾ ਹੈ। ਠੀਕ ਹੈ, ਤੂੰ ਜਾ ਟੀਵੀ ਦੇਖ ਲੈ। ਚਲ ਸੁਮਿਤ, ਅਸੀਂ ਨਾ ਉੱਥੇ ਚੱਲ ਕੇ ਗੱਲਾਂ ਕਰਦੇ ਹਾਂ, ਠੀਕ ਹੈ? ਠੀਕ ਹੈ ਮੰਮਾ ਫਿਲਮ ਵਿੱਚ ਬਰਫ਼ ਦੀਆਂ ਵੱਡੀਆਂ ਚੱਟਾਨਾਂ ਪਿਘਲ ਰਹੀਆਂ ਸੀ। ਕਾਰਨ ਧਰਤੀ ਦਾ ਵੱਧਦਾ ਤਾਪਮਾਨ। ਬਰਫ਼ ਦੇ ਪਿਘਲਣ ਨਾਲ ਸਮੁੰਦਰ ਵੀ ਚੜ ਗਿਆ, ਹੜ੍ਹ ਆ ਗਏ। ਇੰਨਾ ਕੁਝ ਇਕੱਠੇ ਵੇਖ ਕੇ ਮੇਰਾ ਤਾਂ ਦਿਮਾਗ ਹੀ ਘੁੰਮ ਗਿਆ ਮੰਮਾ। ਤਾਂ ਕੀ ਹੋਇਆ? ਮੈਂ ਨਾ ਇੱਕ ਆਰਟੀਕਲ ਪੜ੍ਹਿਆ ਕੇਰਲ 'ਚ ਜਿਹੜਾ ਹੜ੍ਹ ਆਇਆ ਸੀ। ਕੁਝ ਇਹੋ ਜਿਹੇ ਹਾਲਾਤ 2005 'ਚ ਮੁੰਬਈ 'ਚ, 2010 'ਚ ਲੇਹ 'ਚ, 2013 'ਚ ਉੱਤਰਾਖੰਡ ਤੇ 2015 ਨੂੰ ਚੇਨਈ 'ਚ ਵੀ ਪੈਦਾ ਹੋਏ ਸੀ। ਪੰਜਾਬ 'ਚ ਵੀ ਕਈ ਵਾਰ ਭਿਆਨਕ ਹੜ੍ਹ ਆ ਚੁੱਕੇ ਨੇ। ਪਰ ਇਹ ਹੁੰਦਾ ਹੀ ਕਿਉਂ ਹੈ ਮੰਮਾ? ਆ ਵੇਖ, ਇਹ ਆਰਟੀਕਲ 'ਚ ਸਭ ਕੁਝ ਤਾਂ ਲਿਖਿਆ ਹੈ। ਇੱਥੇ ਲਿਖਿਆ ਹੈ ਕਿ ਕੇਰਲਾ 'ਚ 3 ਪ੍ਰਮੁੱਖ ਪਰਿਵਰਤਨ ਸਾਫ਼-ਸਾਫ਼ ਵਿਖਾਈ ਦਿੰਦੇ ਨੇ। ਪਹਿਲਾ, ਬੁਨਿਆਦੀ ਢਾਂਚੇ ਦੇ ਵਿਕਾਸ ਲਈ 4 ਲੱਖ ਹੈਕਟੇਅਰ ਕੁਦਰਤੀ ਵਣ ਤੇ 2.5 ਲੱਖ ਹੈਕਟੇਅਰ ਨਮ ਭੂਮੀ ਦਾ ਸਫਾਇਆ ਕਰ ਦਿੱਤਾ ਗਿਆ। ਤੇ ਦੂਜਾ, ਗੈਰ ਖੇਤੀ ਸਕੀਮਾਂ ਵਾਸਤੇ ਪਿਛਲੇ 50 ਸਾਲਾਂ 'ਚ ਧਰਤੀ ਦੀ ਵਰਤੋਂ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਤੀਜਾ, ਇਹਨਾਂ ਨੇ ਦੱਸਿਆ ਹੈ ਕਿ ਰਵਾਇਤੀ ਫਸਲਾਂ ਦੀ ਥਾਂ ਰਬੜ ਤੇ ਹੋਰ ਵਪਾਰਕ ਫਸਲਾਂ ਦੇ ਬਾਗ ਲਗਾ ਦਿੱਤੇ। ਇਹਨਾਂ ਵੱਡੇ ਬਦਲਾਵਾਂ ਨੇ ਮੀਂਹ ਦੇ ਪਾਣੀ ਦੇ ਪ੍ਰਬੰਧ ਤੇ ਵਹਾਅ 'ਚ ਸਮੱਸਿਆ ਪੈਦਾ ਕਰ ਦਿੱਤੀ। ਅੱਛਾ, ਭੂਮੀ ਦੀ ਜਲ ਸੋਖਣ ਸ਼ਕਤੀ ਨੂੰ ਘਟਾ ਦਿੱਤਾ ਹੈ। ਹੜ੍ਹਾਂ ਦੇ ਹਾਲਾਤ ਪੈਦਾ ਕੀਤੇ ਨੇ ਇਹਨਾਂ ਸਾਰੇ ਕਾਰਕਾਂ ਨੇ। ਪਰ ਇਦਾਂ ਕੀਤਾ ਹੀ ਕਿਉਂ ਗਿਆ? ਬੇਟਾ, ਇਹ ਸਮਝਣਾ ਥੋੜਾ ਮੁਸ਼ਕਿਲ ਹੈ ਤੇ ਥੋੜਾ ਜਿਹਾ ਤਕਨੀਕੀ ਵੀ। ਮੈਂ ਤੇਰੀ ਮਦਦ ਕਰਾਂਗੀ। ਪਰ ਪਹਿਲਾਂ ਤੂੰ ਖਾਣਾ ਖਾ ਲੈ ਤੇ ਸਕੂਲ ਦਾ ਕੰਮ ਮੁਕਾ ਲੈ। ਜਲਵਾਯੂ ਪਰਿਵਰਤਨ ਤੇ ਜੋ ਪੜਾਇਆ ਗਿਆ ਨਾ, ਉਸ ਨੂੰ ਦੁਬਾਰਾ ਪੜ੍ਹ ਤੇ ਸਵਾਲਾਂ ਦੀ ਸੂਚੀ ਤਿਆਰ ਕਰ। ਫਿਰ ਜਵਾਬ ਲੱਭਣ 'ਚ ਜੇ ਲੋੜ ਹੋਈ ਤਾਂ ਮੈਂ ਤੇਰੀ ਮਦਦ ਕਰਾਂਗੀ, ਠੀਕ ਹੈ? ਠੀਕ ਹੈ ਮੰਮਾ। ਕੱਲ ਐਤਵਾਰ ਹੈ ਤੇ ਇਸ ਵਾਰ ਐਤਵਾਰ ਤੇਰੇ ਵਾਸਤੇ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਲੈ ਕੇ ਆਏਗਾ। ਓਕੇ ਮੰਮਾ। ਲੋ ਜੀ, ਨਾਸ਼ਤਾ ਤਾਂ ਤਿਆਰ ਹੈ, ਪਰ ਬੱਚੇ ਤਾਂ ਅਜੇ ਵੀ ਸੌਂ ਰਹੇ ਨੇ। ਕੱਲ ਬਹੁਤ ਪਰੇਸ਼ਾਨ ਸੀ ਨਾ। ਚਲੋ ਮੈਂ ਸੁਰਿੰਦਰ ਸਰ ਨੂੰ ਫੋਨ ਕਰ ਲੈਂਦੀ ਹਾਂ। ਹੈਲੋ, ਸੁਰਿੰਦਰ ਸਰ ਬੋਲ ਰਹੇ ਨੇ? ਹਾਂਜੀ। ਮੈਂ ਤੁਹਾਡੇ ਵਿਦਿਆਰਥੀ ਸੁਮਿਤ ਦੀ ਮੰਮੀ ਬੋਲ ਰਹੀ ਹਾਂ। ਨਮਸਕਾਰ ਜੀ, ਨਮਸਕਾਰ। ਕਿਵੇਂ ਹੋ ਤੁਸੀਂ? ਜੀ ਮੈਂ ਠੀਕ ਹਾਂ। ਮੈਂ ਤੁਹਾਨੂੰ ਆਪਣੇ ਘਰ ਨਾਸ਼ਤੇ ਲਈ ਬੁਲਾਉਣਾ ਚਾਹੁੰਦੀ ਸੀ। ਪਰ ਇਸ ਤਰ੍ਹਾਂ ਅਚਾਨਕ ਕੋਈ ਖਾਸ ਵਜ੍ਹਾ? ਖਾਸ ਨਹੀਂ, ਤੁਸੀਂ ਆਓ ਤਾਂ ਸਹੀ ਨਾ, ਤੁਹਾਨੂੰ ਸਭ ਪਤਾ ਚੱਲ ਜਾਏਗਾ। ਠੀਕ ਹੈ, ਮੈਂ ਆਉਣਾ ਜੀ। ਮੈਂ ਵੈਸੇ ਵੀ ਕਿਹੜਾ ਬਹੁਤਾ ਦੂਰ ਰਹਿਣਾ ਤੁਹਾਡੇ ਘਰ ਤੋਂ, ਜਲਦੀ ਆ ਜਾਵਾਂਗਾ। ਤੁਹਾਡੇ ਨਾਸ਼ਤੇ ਦੀ ਖੁਸ਼ਬੂ ਤਾਂ ਮੇਰੇ ਘਰ ਤੱਕ ਆ ਰਹੀ ਹੈ। ਅੱਧੇ ਘੰਟੇ 'ਚ ਆਇਆ ਜੀ। ਠੀਕ ਹੈ ਜੀ, ਥੈਂਕ ਯੂ। ਬੱਚਿਓ, ਜਲਦੀ ਉੱਠ ਜਾਓ ਬਈ, ਤੁਹਾਨੂੰ ਕੋਈ ਮਿਲਣ ਆ ਰਿਹਾ ਹੈ। ਅਸੀਂ ਉੱਠ ਗਏ ਆ ਮੰਮਾ, ਆ ਰਹੇ ਹਾਂ। ਆਜੋ ਜਲਦੀ ਆਜੋ, ਨਾਸ਼ਤਾ ਵੀ ਤਿਆਰ ਹੈ। ਮੰਮਾ, ਨਾਸ਼ਤੇ 'ਚ ਕੀ ਬਣਾਇਆ ਹੈ? ਤੁਸੀਂ ਪਹਿਲੇ ਤਿਆਰ ਹੋ ਜਾਓ, ਫਿਰ ਆਪੇ ਦੇਖ ਲਿਓ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਰ, ਤੁਸੀਂ ਸਾਡੇ ਘਰ? ਮੈਨੂੰ ਬਹੁਤ ਚੰਗਾ ਲੱਗਾ। ਤੁਹਾਡੀ ਮੰਮੀ ਨੇ ਤਾਂ ਮੈਨੂੰ ਬੁਲਾਇਆ।
ਗੁੱਡ ਮਾਰਨਿੰਗ ਸਰ। ਮੰਮੀ ਨੇ ਬੁਲਾਇਆ ਤੁਹਾਨੂੰ? ਹਾਂ, ਮੈਂ ਬੁਲਾਇਆ। ਆਓ ਸਰ, ਤੁਸੀਂ ਬੈਠੋ, ਨਾਸ਼ਤਾ ਤਿਆਰ ਹੈ। ਚਲੋ ਸ਼ੁਰੂ ਕਰਦੇ ਹਾਂ। ਸਰਲਾ ਜੀ, ਮੈਨੂੰ ਇਹ ਤਾਂ ਦੱਸੋ, ਤੁਸੀਂ ਮੈਨੂੰ ਇਸ ਤਰ੍ਹਾਂ ਅਚਾਨਕ ਕਿਉਂ ਬੁਲਾਇਆ? ਦਰਅਸਲ ਸਰ ਗੱਲ ਇਹ ਹੈ, ਸੁਮਿਤ ਕੱਲ ਤੋਂ ਕਾਫੀ ਪਰੇਸ਼ਾਨ ਹੈ। ਜਦੋਂ ਤੋਂ ਸਕੂਲ 'ਚ ਫਿਲਮ ਵੇਖ ਕੇ ਆਇਆ ਨਾ, ਉਦੋਂ ਤੋਂ ਉਸਦੇ ਬਾਰੇ ਕੁਝ ਨਾ ਕੁਝ ਬੋਲੀ ਜਾ ਰਿਹਾ। ਹਾਂਜੀ ਸਰ, ਕੱਲ ਬੱਸ 'ਚ ਵੀਰੇ ਨੇ ਇੱਕ ਸੁਪਨਾ ਵੀ ਦੇਖਿਆ ਸੀ। ਸੁਪਨਾ? ਕਿਹੋ ਜਿਹਾ ਸੁਪਨਾ? ਸਰ ਮੈਂ ਵੇਖਿਆ ਕਿ ਰੁੱਖ ਤੇ ਮਨੁੱਖ ਸਾਰੇ ਧਰਤੀ ਦੇ ਅੰਦਰ ਡਿੱਗ ਰਹੇ ਨੇ, ਬਰਫ਼ ਦੀਆਂ ਚਟਾਨਾਂ ਪਿਘਲ ਰਹੀਆਂ ਨੇ ਤੇ ਮੈਂ ਉਸ ਠੰਡੇ ਠਾਰ ਪਾਣੀ 'ਚ ਡੁੱਬ ਰਿਹਾ। ਮੈਂ ਬਹੁਤ ਡਰ ਗਿਆ ਸੀ ਸਰ ਕਿ ਸੱਚਮੁੱਚ ਇਹੋ ਜਿਹਾ ਹੋਏਗਾ। ਸਰ ਬੱਚਿਆਂ ਦਾ ਦਿਮਾਗ ਵੀ ਬਸ ਠੀਕ ਹੈ ਕਿ ਹਾਲਾਤ ਖਰਾਬ ਨੇ, ਪਰ ਚਿੰਤਾ ਕਰਨ ਨਾਲ ਜਾਂ ਡਰਨ ਨਾਲ ਤਾਂ ਕੁਝ ਨਹੀਂ ਹੋਵੇਗਾ ਨਾ। ਸਮੱਸਿਆ ਦੀ ਜੜ ਤੱਕ ਪਹੁੰਚਣਾ ਹੋਏਗਾ। ਅਸੀਂ ਇਸ ਤਰ੍ਹਾਂ ਕਰਦੇ ਹਾਂ, ਨਾਸ਼ਤੇ ਤੋਂ ਬਾਅਦ ਨਾ ਅਸੀਂ ਬੱਚਿਆਂ ਦੇ ਕਮਰੇ 'ਚ ਚੱਲਦੇ ਹਾਂ। ਠੀਕ ਹੈ ਮੰਮਾ, ਮੈਂ ਲੈ ਕੇ ਜਾਵਾਂਗੀ ਸਰ ਨੂੰ ਕਮਰੇ 'ਚ। ਠੀਕ ਹੈ, ਤੂੰ ਲੈ ਜਾਈਂ। ਓ ਵਾਹ ਮੰਮਾ, ਇੰਨਾ ਵੱਡਾ ਸਾਰਾ ਨਕਸ਼ਾ। ਤੇ ਇਸ ਦੇ ਬਾਰੇ ਸਰ ਤੁਹਾਨੂੰ ਦੱਸਣਗੇ। ਇਸ ਦੀ ਮਦਦ ਨਾਲ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਦੇਣਗੇ। ਆਰਾਮ ਨਾਲ ਸੁਣਨਾ, ਠੀਕ ਹੈ? ਪਰ ਮੰਮਾ, ਮੈਂ ਤਾਂ ਕਿੰਨੀਆਂ ਸਾਰੀਆਂ ਚੀਜ਼ਾਂ ਪੁੱਛਣੀਆਂ ਸਰ ਕੋਲੋਂ। ਮੈਂ ਤਾਂ ਇੱਕ ਲੰਬੀ ਲਿਸਟ ਵੀ ਬਣਾਈ ਹੋਈ ਹੈ। ਪਰ ਪਹਿਲਾਂ ਸਰ ਦੀ ਗੱਲ ਤਾਂ ਸੁਣ ਲਈਏ। ਲਓ ਸੁਣੋ। ਚਲੋ ਇਹ ਦੱਸੋ ਕਿ ਇਸ ਨਕਸ਼ੇ ਨੂੰ ਵੇਖ ਕੇ ਤੁਹਾਨੂੰ ਕੀ ਸਮਝ ਆਇਆ? ਇਹ ਤਾਂ ਸਾਡੀ ਧਰਤੀ ਹੈ। ਸ਼ਾਬਾਸ਼। ਆ ਪੂਰੇ ਦਾ ਪੂਰਾ ਜੋ ਨੀਲਾ ਹੈ ਨਾ, ਉਹ ਪਾਣੀ ਨੂੰ ਦਰਸਾਉਂਦਾ ਹੈ। ਜਾਣਦੇ ਹੋ? ਹਾਂਜੀ ਸਰ। ਧਰਤੀ ਦਾ 70% ਤੋਂ ਜ਼ਿਆਦਾ ਹਿੱਸਾ ਪਾਣੀ ਹੈ। ਧਰਤੀ ਦੇ ਪਾਣੀ ਨਾਲ ਢਕੇ ਹਿੱਸੇ ਨੂੰ ਕਹਿੰਦੇ ਆ ਜਲ ਮੰਡਲ। ਜਲ ਮੰਡਲ ਯਾਨੀ ਧਰਤ ਗ੍ਰਹਿ ਉੱਪਰ ਮਹਾਸਾਗਰਾਂ, ਨਦੀਆਂ, ਝਰਨਿਆਂ, ਭੂਜਲ ਜਾਂ ਪਾਣੀ ਦੇ ਵਾਸ਼ਪਾਂ ਦੇ ਰੂਪ 'ਚ ਮੌਜੂਦ ਸਾਰੇ ਦਾ ਸਾਰਾ ਪਾਣੀ। ਧਰਤੀ ਦੇ ਤਾਂ 5 ਮੰਡਲ ਨੇ। ਪਾਣੀ ਮਤਲਬ ਜਲ ਮੰਡਲ, ਭੂਮੀ ਮਤਲਬ ਥਲ ਮੰਡਲ, ਤੇ ਜਿਉਂਦੇ ਪ੍ਰਾਣੀਆਂ ਤੇ ਪੌਦਿਆਂ ਨਾਲ ਮਿਲ ਕੇ ਬਣਿਆ ਜੈਵ ਮੰਡਲ, ਤੇ ਵਾਯੂ ਮਤਲਬ ਵਾਯੂ ਮੰਡਲ। ਇਹ ਤਾਂ ਮੈਨੂੰ ਪਤਾ ਹੈ ਸਰ, ਪਰ ਇੱਕ ਹੋਰ ਵੀ ਕੋਈ ਹੁੰਦਾ ਹੈ ਨਾ? ਹਾਂ, ਇੱਕ ਹੋਰ ਵੀ ਹੁੰਦਾ ਬੇਟਾ। ਬਰਫ਼ ਦਾ ਬਣਿਆ ਕ੍ਰਾਇਓਸਫੀਅਰ ਯਾਨੀ ਹਿਮ ਮੰਡਲ। ਜਲ ਮੰਡਲ ਵਾਂਗ ਹਿਮ ਮੰਡਲ ਵੀ ਬਣਦਾ ਤਾਂ ਪਾਣੀ ਨਾਲ ਹੀ ਹੈ। ਫਰਕ ਸਿਰਫ ਇੰਨਾ ਕਿ ਇੱਥੇ ਪਾਣੀ ਬਰਫ਼ ਦੇ ਰੂਪ 'ਚ ਹੁੰਦਾ ਹੈ। ਧਰਤੀ ਦੇ ਬਹੁਤ ਸਾਰੇ ਹਿੱਸੇ 'ਚ ਬਰਫ਼ ਜੰਮੀ ਹੈ, ਮੁੱਖ ਤੌਰ ਤੇ ਉੱਤਰੀ ਧਰੁਵ ਤੇ ਦੱਖਣੀ ਧਰੁਵ ਦੇ ਨੇੜੇ ਤੇੜੇ ਦੇ ਇਲਾਕਿਆਂ 'ਚ, ਯਾਨੀ ਆਰਕਟਿਕ ਤੇ ਅੰਟਾਰਕਟਿਕਾ 'ਚ। ਸਰ, ਕੀ ਇਹ ਉਹੀ ਬਰਫ਼ ਹੈ ਜਿਹੜੀ ਅਸੀਂ ਪਿਘਲਦੇ ਹੋਏ ਵੇਖੀ ਸੀ? ਸਰ, ਜੇ ਇਹ ਸਾਰੀ ਬਰਫ਼ ਪਿਘਲ ਜਾਏ ਫਿਰ ਅਸੀਂ ਡੁੱਬ ਵੀ ਸਕਦੇ ਹਾਂ? ਹਾਂ ਬਿਲਕੁਲ। ਧਰਤੀ ਤੇ ਬਰਫ਼ ਦੇ ਰੂਪ 'ਚ ਇੰਨਾ ਪਾਣੀ ਹੈ ਕਿ ਜੇਕਰ ਸਾਰੀ ਬਰਫ਼ ਪਿਘਲ ਜਾਏ ਤਾਂ ਧਰਤੀ ਡੁੱਬ ਸਕਦੀ ਹੈ। ਪਰ ਇਹ ਹਿਮ ਮੰਡਲ ਇੱਕ ਚਮਕਦਾਰ ਕੰਬਲ ਵਾਂਗ ਹੈ ਜਿਹੜਾ ਧਰਤੀ ਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਉਂਦਾ ਹੈ। ਦਰਅਸਲ ਪਾਣੀ ਜਾਂ ਜ਼ਮੀਨ ਦੀ ਤੁਲਨਾ 'ਚ ਬਰਫ਼ ਸੂਰਜ ਦੀ ਰੋਸ਼ਨੀ ਨੂੰ ਜ਼ਿਆਦਾ ਮਾਤਰਾ 'ਚ ਵਾਪਸ ਭੇਜਦੀ ਹੈ। ਬਰਫ਼ ਦੀ ਮੌਜੂਦਗੀ ਜਾਂ ਨਾ ਮੌਜੂਦਗੀ ਧਰਤੀ ਦੀ ਸਤ੍ਹਾ ਤੇ ਗਰਮ ਜਾਂ ਠੰਡੇ ਹੋਣ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਪੂਰੇ ਗ੍ਰਹਿ ਦੇ ਊਰਜਾ ਸੰਤੁਲਨ ਤੇ ਅਸਰ ਪੈਂਦਾ ਹੈ। ਅੱਛਾ, ਇੰਜ ਵੀ ਹੁੰਦਾ ਹੈ ਸਰ। ਧਰਤੀ ਦੇ ਬਾਰੇ ਤਾਂ ਕਿੰਨਾ ਕੁਝ ਇਹੋ ਜਿਹਾ ਹੈ ਜਿਹੜਾ ਅਸੀਂ ਜਾਣਦੇ ਹੀ ਨਹੀਂ। ਬਿਲਕੁਲ। ਤੁਹਾਨੂੰ ਵੇਖ ਕੇ ਮੈਂ ਸਮਝ ਸਕਦਾ ਹਾਂ ਕਿ ਤੁਹਾਡੇ 'ਚ ਸਭ ਕੁਝ ਜਾਣਨ ਦੀ ਉਤਸੁਕਤਾ ਹੈ। ਚਲੋ ਇੱਦਾਂ ਕਰਦੇ ਹਾਂ, ਅਸੀਂ ਹੁਣ ਬਾਹਰ ਚੱਲਦੇ ਹਾਂ। ਅਸੀਂ ਕੁਦਰਤ ਦੀ ਗੱਲ ਹੁਣ ਕੁਦਰਤ ਦੇ ਕੋਲ ਜਾ ਕੇ ਹੀ ਕਰਦੇ ਹਾਂ। ਠੀਕ ਹੈ ਸਰ, ਚਲੋ। ਲਓ ਵੀ ਬੱਚੋ, ਹੁਣ ਅਸੀਂ ਆ ਗਏ ਪਾਰਕ 'ਚ। ਤੁਸੀਂ ਇੱਦਾਂ ਕਰੋ, ਇੱਥੋਂ ਥੋੜੀ ਮਿੱਟੀ ਆਪਣੇ ਹੱਥਾਂ 'ਚ ਲੈ ਲਓ ਤੇ ਉਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਹਾਂ ਠੀਕ ਹੈ ਸਰ। ਆ ਕਰੋ। ਸਰ, ਇਹ ਤਾਂ ਥਲ ਮੰਡਲ ਦਾ ਹਿੱਸਾ ਹੋਇਆ ਨਾ? ਮਿੱਟੀ ਦੇ ਨਾਲ ਤਾਂ ਕੁਝ ਪੱਥਰ ਦੇ ਟੁਕੜੇ, ਕੁਝ ਸੁੱਕੀਆਂ ਟਾਹਣੀਆਂ ਤੇ ਕੁਝ ਹੋਰ ਵੀ ਹੈ। ਸਰ, ਮੇਰੇ ਹੱਥ 'ਚ ਵੀ ਪੱਥਰ, ਸੁੱਕੇ ਪੱਤੇ ਤੇ ਮਿੱਟੀ ਆਈ ਹੈ। ਬਿਲਕੁਲ ਠੀਕ। ਬਸ ਸਮਝ ਲਓ ਕਿ ਥਲ ਮੰਡਲ ਧਰਤੀ ਉੱਪਰਲੇ ਸਾਰੇ ਕਠੋਰ ਤੇ ਠੋਸ ਮਾਦੇ ਦਾ ਬਣਿਆ ਹੋਇਆ ਹੈ। ਸਤ੍ਹਾ ਦੇ ਹੇਠਾਂ ਅਰਧ ਠੋਸ ਚਟਾਨਾਂ ਤੇ ਸੈਂਟਰ 'ਚ ਤਰਲ ਚਟਾਨਾਂ ਨੇ। ਇਹ ਉੱਬੜ ਖਾਬੜ ਸਤ੍ਹਾ ਉੱਪਰ ਪਹਾੜ, ਡੂੰਘੀਆਂ ਘਾਟੀਆਂ, ਵਿਸ਼ਾਲ ਮੈਦਾਨ, ਪਠਾਰੀ ਭੂਮੀ ਵਗੈਰਾ ਨੇ। ਜੀਵਨ ਬਣੇ ਰਹਿਣ ਦੇ ਲਈ ਇਸ 'ਚ ਸਾਰੇ ਜ਼ਰੂਰੀ ਖਣਿਜ ਵੀ ਨੇ। ਥਲ ਮੰਡਲ ਦੀ ਅਸਲ ਮੋਟਾਈ ਲਗਭਗ 40 ਕਿਲੋਮੀਟਰ ਤੋਂ 280 ਕਿਲੋਮੀਟਰ ਤੱਕ ਹੋ ਸਕਦੀ ਹੈ।
ਸਰ ਥਲ ਮੰਡਲ ਤੇ ਜਲ ਮੰਡਲ ਚੋਂ ਕਿਹੜਾ ਜ਼ਿਆਦਾ ਜ਼ਰੂਰੀ ਹੈ? ਸੋਚੋ ਦੋਵੇਂ, ਕਿਹੜਾ ਜ਼ਿਆਦਾ ਜ਼ਰੂਰੀ ਹੈ? ਜਿਹੜਾ ਪਾਣੀ ਤੁਸੀਂ ਪੀਂਦੇ ਹੋ ਜਾਂ ਫਿਰ ਜਿਸ ਧਰਤੀ ਦੇ ਉੱਤੇ ਤੁਸੀਂ ਖੜੇ ਹੋ? ਦੋਵੇਂ ਹੀ ਜ਼ਰੂਰੀ ਨੇ ਸਰ। ਹਜੇ ਇੱਕ ਹੋਰ ਜ਼ਰੂਰੀ ਤੈਅ ਵੀ ਹੈ ਜਿਸ ਨੂੰ ਅਸੀਂ ਦੇਖ ਤਾਂ ਨਹੀਂ ਸਕਦੇ, ਪਰ ਉਸ ਦੇ ਬਿਨਾਂ ਮਿੰਟ ਤੋਂ ਜ਼ਿਆਦਾ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਹੈ। ਸਰ ਹਵਾ। ਹਾਂਜੀ। ਅਸੀਂ ਹਵਾ ਨੂੰ ਵੇਖ ਨਹੀਂ ਸਕਦੇ, ਪਰ ਉਹਦੇ ਬਿਨਾਂ ਜਿਉਂਦੇ ਵੀ ਨਹੀਂ ਰਹਿ ਸਕਦੇ। ਬਿਲਕੁਲ ਠੀਕ। ਆਓ ਵੇਖਦੇ ਹਾਂ ਕਿ ਹਵਾ ਜੀਵਨ ਦੇ ਲਈ ਕਿੰਨੀ ਕੁ ਜ਼ਰੂਰੀ ਹੈ। ਤੁਸੀਂ ਦੋਵੇਂ ਸਾਹ ਰੋਕੋ, ਦੇਖਦੇ ਹਾਂ ਕਿ ਤੁਸੀਂ ਕਿੰਨੀ ਕੁ ਦੇਰ ਹਵਾ ਤੋਂ ਬਿਨਾਂ ਰਹਿ ਸਕਦੇ ਹੋ। ਠੀਕ ਹੈ ਸਰ। ਬਸ ਜੀ, ਹੁਣ ਹੋਰ ਨਹੀਂ ਰੋਕਿਆ ਜਾਂਦਾ। ਮੈਂ ਵੀ ਨਹੀਂ ਰੋਕ ਸਕਦੀ ਹੋਰ ਜ਼ਿਆਦਾ। ਹੁਣ ਡੂੰਘਾ ਸਾਹ ਲਓ। ਹੁਣ ਚੰਗਾ ਲੱਗ ਰਿਹਾ ਹੈ। ਹਾਂਜੀ ਸਰ, ਬਹੁਤ ਵਧੀਆ। ਕੱਲ ਕਲਾਸ 'ਚ ਮੈਂ ਤੁਹਾਨੂੰ ਵਾਯੂਮੰਡਲ ਦੇ ਬਾਰੇ ਦੱਸਿਆ ਸੀ ਨਾ, ਯਾਦ ਹੈ ਕੁਝ? ਹਾਂਜੀ ਸਰ, ਬਿਲਕੁਲ ਯਾਦ ਹੈ। ਵਾਯੂਮੰਡਲ 'ਚ ਨਾਈਟ੍ਰੋਜਨ, ਆਕਸੀਜਨ ਤੇ ਹੋਰ ਬਹੁਤ ਸਾਰੀਆਂ ਗੈਸਾਂ ਹੁੰਦੀਆਂ ਨੇ। ਇਹਦੇ 'ਚ ਨਾਈਟ੍ਰੋਜਨ 78%, ਆਕਸੀਜਨ 21% ਤੇ ਬਾਕੀ ਗੈਸਾਂ ਸਿਰਫ 1% ਹੁੰਦੀਆਂ ਨੇ, ਜਿਵੇਂ ਕਾਰਬਨ ਡਾਈਆਕਸਾਈਡ 0.039%। ਸ਼ਾਬਾਸ਼। ਆਰਗਨ, ਕ੍ਰਿਪਟੌਨ, ਨਿਓਨ, ਹੀਲੀਅਮ ਤੇ ਜ਼ੀਨਾਨ ਤਾਂ ਬਹੁਤ ਹੀ ਥੋੜੀ ਮਾਤਰਾ 'ਚ ਨੇ। ਸਾਹ ਲੈਂਦੇ ਸਮੇਂ ਅਸੀਂ ਆਕਸੀਜਨ ਅੰਦਰ ਲੈਂਦੇ ਹਾਂ ਤੇ ਕਾਰਬਨ ਡਾਈਆਕਸਾਈਡ ਬਾਹਰ ਛੱਡਦੇ ਹਾਂ। ਵਾਓ ਦੀਦੀ, ਸਾਨੂੰ ਤੇ ਪਤਾ ਹੀ ਨਹੀਂ ਸੀ। ਥੈਂਕ ਯੂ। ਠਹਿਰ ਜਾ ਤੂੰ। ਕੋਈ ਗੱਲ ਨਹੀਂ। ਬਹੁਤ ਅੱਛਾ। ਤਾਂ ਹੁਣ ਤੱਕ ਅਸੀਂ ਜਲ ਮੰਡਲ, ਹਿਮ ਮੰਡਲ, ਥਲ ਮੰਡਲ ਤੇ ਵਾਯੂਮੰਡਲ ਦੇ ਬਾਰੇ ਜਾਣਿਆ, ਤੇ ਹੁਣ ਅਸੀਂ ਜੈਵ ਮੰਡਲ ਦੇ ਬਾਰੇ ਜਾਣਾਂਗੇ। ਮੈਨੂੰ ਪਤਾ ਹੈ ਸਰ, ਸਾਡੇ ਗ੍ਰਹਿ ਉੱਪਰ ਮੌਜੂਦ ਸਾਰੀਆਂ ਜਿਉਂਦੀਆਂ ਚੀਜ਼ਾਂ ਨੂੰ ਜੈਵ ਮੰਡਲ ਮਤਲਬ ਬਾਇਓਸਫੀਅਰ ਕਹਿੰਦੇ ਨੇ। ਇਸ 'ਚ ਮਨੁੱਖ, ਜਾਨਵਰ, ਕੀੜੇ ਮਕੌੜੇ, ਪੇੜ ਪੌਦੇ ਤੇ ਧਰਤੀ ਦੇ ਛੋਟੇ ਜੀਵ ਸ਼ਾਮਲ ਨੇ। ਬਹੁਤ ਵਧੀਆ ਮਨੀਸ਼ਾ। ਦਰਅਸਲ ਜੈਵ ਮੰਡਲ ਧਰਤੀ ਦਾ ਉਹ ਭਾਗ ਹੈ ਜਿੱਥੇ ਸਭ ਪ੍ਰਕਾਰ ਦਾ ਜੀਵਨ ਪਾਇਆ ਜਾਂਦਾ ਹੈ। ਧਰਤੀ ਦੇ 3 ਮੰਡਲ, ਥਲ ਮੰਡਲ, ਵਾਯੂਮੰਡਲ ਤੇ ਜਲ ਮੰਡਲ, ਜਿੱਥੇ ਤਿੰਨੋਂ ਆਪਸ 'ਚ ਮਿਲਦੇ ਨੇ, ਉਹੀ ਹੈ ਜੈਵ ਮੰਡਲ। ਉੱਥੇ ਹੀ ਜੈਵ ਮੰਡਲ ਸਥਿਤ ਹੈ। ਜੈਵ ਮੰਡਲ ਦੀ ਤਹਿ ਪਤਲੀ ਪਰ ਵਧੇਰੇ ਗੁੰਝਲਦਾਰ ਹੈ। ਜੀਵਨ ਕੇਵਲ ਇਸੇ ਤਹਿ 'ਚ ਸੰਭਵ ਹੈ, ਜਿਸ ਕਰਕੇ ਇਹ ਬਹੁਤ ਹੀ ਅਹਿਮ ਹੈ। ਸਰ, ਪਰ ਇਹ ਸਾਰੇ ਕਾਰਕ ਧਰਤੀ ਦੇ ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਕਿਵੇਂ ਹੋਏ? ਇੱਥੇ ਤਾਂ ਬਹੁਤ ਧੁੱਪ ਆ ਗਈ ਹੈ, ਚਲੋ ਅੰਦਰ ਚੱਲਦੇ ਹਾਂ। ਹਾਂ, ਚਲੋ ਅੰਦਰ ਚੱਲਦੇ ਹਾਂ। ਬੱਚਿਓ, ਮੈਨੂੰ ਇਹ ਵੀ ਦੱਸਦੇ ਰਹੋ ਕਿ ਤੁਸੀਂ ਜਾਣਦੇ ਹੋ ਕਿ ਧਰਤੀ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੀ ਲਗਭਗ ਸਾਰੀ ਊਰਜਾ ਸੂਰਜ ਤੋਂ ਨਿਕਲਦੀ ਹੈ। ਹਾਂਜੀ ਸਰ, ਜਾਣਦੇ ਹਾਂ। ਇਹ ਊਰਜਾ ਖਲਾਅ 'ਚੋਂ ਲੰਘਦੀ ਹੋਈ ਧਰਤੀ ਦੇ ਵਾਯੂਮੰਡਲ ਨਾਲ ਟਕਰਾਉਂਦੀ ਹੈ, ਪਰ ਸਾਡੇ ਕੋਲ ਤਾਂ ਕੇਵਲ 40% ਪਹੁੰਚਦੀ ਹੈ। ਬਾਕੀ ਵਾਯੂਮੰਡਲ ਦੁਆਰਾ ਜਾਂ ਤਾਂ ਸੋਖ ਲਈ ਜਾਂਦੀ ਹੈ ਜਾਂ ਫਿਰ ਵਾਪਸ ਭੇਜ ਦਿੱਤੀ ਜਾਂਦੀ ਹੈ। ਆ ਗਏ ਤੁਸੀਂ? ਕਿੱਥੇ ਚਲੇ ਗਏ ਸੀ? ਅਸੀਂ ਉਹ ਪਾਰਕ ਵੱਲ ਗਏ ਸੀਗੇ। ਤਾਂ ਬੱਚਿਓ, ਤੁਹਾਨੂੰ ਕੁਝ ਸਮਝ ਆਇਆ ਕਿ ਨਹੀਂ? ਹਾਂਜੀ ਮੰਮਾ, ਬਹੁਤ ਕੁਝ ਸਮਝ ਆ ਗਿਆ, ਪਰ ਹਾਲੇ ਤਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਸਮਝਣੀਆਂ ਨੇ। ਹੈਲੋ ਐਵਰੀਬਾਡੀ। ਨਮਸਤੇ ਅੰਕਲ। ਨਮਸਤੇ। ਆਓ ਭਰਾ ਜੀ, ਆਓ ਬੈਠੋ। ਕੀ ਗੱਲ ਭਾਬੀ ਜੀ, ਤੁਸੀਂ ਮੈਨੂੰ ਐਤਵਾਰ ਛੁੱਟੀ ਵਾਲੇ ਦਿਨ ਹੀ ਬੁਲਾ ਲਿਆ? ਭਰਾ ਜੀ, ਦਰਅਸਲ ਇਹ ਬੱਚੇ ਧਰਤੀ ਬਾਰੇ ਪੜ੍ਹ ਰਹੇ ਨੇ, ਪਰ ਇਹਨਾਂ ਦੇ ਪ੍ਰਸ਼ਨ ਇੰਨੇ ਜ਼ਿਆਦਾ ਨੇ ਕਿ ਮੈਂ ਤਾਂ ਜਵਾਬ ਦੇ ਹੀ ਨਹੀਂ ਸਕਦੀ। ਇਸ ਲਈ ਮੈਂ ਤੁਹਾਨੂੰ ਤੇ ਸੁਰਿੰਦਰ ਸਰ ਨੂੰ ਬੁਲਾਇਆ। ਇਹ ਸੁਮਿਤ ਤੇ ਮਨੀਸ਼ਾ ਦੇ ਸਾਇੰਸ ਟੀਚਰ ਨੇ। ਹੈਲੋ ਜੀ, ਮਿਲ ਕੇ ਬਹੁਤ ਖੁਸ਼ੀ ਹੋਈ। ਸਰ, ਇਹ ਨੇ ਡਾਕਟਰ ਸਹਿਗਲ, ਇਨਵਾਇਰਨਮੈਂਟ ਐਕਸਪਰਟ। ਮੈਨੂੰ ਬਹੁਤ ਖੁਸ਼ੀ ਹੋਈ ਜੀ ਮਿਲ ਕੇ। ਤੁਸੀਂ ਤਾਂ ਮੇਰਾ ਕੰਮ ਹੀ ਆਸਾਨ ਕਰਤਾ। ਮੈਂ ਬੱਚਿਆਂ ਨੂੰ ਧਰਤੀ ਦੇ ਵਾਤਾਵਰਣ ਲਈ ਜ਼ਿੰਮੇਦਾਰ ਕਾਰਕਾਂ ਬਾਰੇ ਦੱਸਿਆ, ਪਰ ਇਹ ਕਾਰਕ ਕੰਮ ਕਿਵੇਂ ਕਰਦੇ ਨੇ ਇਹ ਹੁਣ ਤੁਸੀਂ ਦੱਸ ਦਿਓ। ਠੀਕ ਹੈ ਜੀ, ਜ਼ਰੂਰ। ਤੇ ਸਰਲਾ ਜੀ, ਮੈਨੂੰ ਹੁਣ ਇਜਾਜ਼ਤ ਦਿਓ। ਠੀਕ ਹੈ। ਅੱਛਾ ਜੀ, ਅੱਛਾ ਓਕੇ ਬੱਚਿਓ। ਓਕੇ ਸਰ, ਬਾਏ, ਥੈਂਕ ਯੂ। ਅੱਛਾ ਬੱਚਿਓ, ਕਾਗਜ਼ ਤੇ ਪੈਨ ਲੈ ਕੇ ਆਓ ਤਾਂ ਕਿ ਧਿਆਨ ਵਿੱਚ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਤੁਸੀਂ ਲਿਖ ਲਓ ਤੇ ਬਾਅਦ ਵਿੱਚ ਦੁਬਾਰਾ ਪੜ੍ਹ ਸਕੋ। ਹਾਂਜੀ ਅੰਕਲ,
ਚੱਲ ਸੁਮਿਤ ਪੈਨ ਪੇਪਰ ਲੈ ਕੇ ਆਈਏ। ਹਾਂਜੀ ਦੀਦੀ ਚਲੋ ਮੈਂ ਲਿਆਣਾ। ਭਾਬੀ ਜੀ ਗਣੇਸ਼ ਭਾਜੀ ਨਜ਼ਰ ਨਹੀਂ ਆ ਰਹੇ। ਭਰਾ ਜੀ ਉਹ ਚੰਡੀਗੜ੍ਹ ਗਏ ਨੇ। ਅੱਛਾ ਤੁਹਾਡਾ ਫੋਨ ਆਇਆ, ਮੈਂ ਤੇ ਨਾਸ਼ਤਾ ਵਿੱਚ ਹੀ ਛੱਡ ਕੇ ਆ ਗਿਆ। ਲੈ ਨਾਸ਼ਤੇ ਦੀ ਕੀ ਗੱਲ ਹੈ, ਤੁਸੀਂ ਨਾਸ਼ਤਾ ਇੱਥੇ ਕਰੋ। ਹਰੀ ਆਇਆ ਮੈਮ, ਆਇਆ ਜੀ। ਹਾਂਜੀ ਮੈਮ ਦੱਸੋ। ਹਰੀ ਨਾਸ਼ਤੇ ਦਾ ਇੰਤਜ਼ਾਮ ਕਰੋ। ਠੀਕ ਹੈ ਮੈਮ। ਜੀ ਅੰਕਲ ਅਸੀਂ ਕਾਪੀ ਪੈਨ ਲੈ ਆਏ। ਚਲੋ ਲਿਖੋ ਫਿਰ। ਇਹ ਜਿਹੜੇ ਧਰਤੀ ਦੇ ਵਾਤਾਵਰਣ ਲਈ ਜ਼ਿੰਮੇਦਾਰ ਕਾਰਕ ਹੁੰਦੇ ਨੇ, ਉਹ ਅਸਲ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ, ਇੱਕ ਦੂਜੇ ਨੂੰ ਜਾਣਦੇ ਨੇ, ਸਮਝਦੇ ਨੇ, ਇਕੱਠੇ ਹੱਸਦੇ ਨੇ, ਰੋਂਦੇ ਨੇ, ਬਹਿਸ ਕਰਦੇ ਨੇ ਤੇ ਆਪਣੀ ਹੋਂਦ ਦਾ ਆਨੰਦ ਲੈਂਦੇ ਨੇ। ਹੈਂ? ਤੇ ਜਦੋਂ ਉਹ ਲੜਦੇ ਨੇ ਜਾਂ ਰੋਂਦੇ ਨੇ ਤਾਂ ਅਸੀਂ ਖਰਾਬ ਜਲਵਾਯੂ ਪਰਿਸਥਿਤੀਆਂ ਦਾ ਸਾਹਮਣਾ ਕਰਦੇ ਹਾਂ। ਅੰਕਲ ਤੁਸੀਂ ਤਾਂ ਮਜ਼ਾਕ ਕਰ ਰਹੇ ਹੋ। ਮਜ਼ਾਕ ਨਹੀਂ, ਹਕੀਕਤ ਹੈ। ਹੈ ਮਹਾਤਮਾ ਬੁੱਧ ਕਹਿੰਦੇ ਨੇ ਸਭ ਕੁਝ ਵਹਿੰਦਾ ਹੈ ਅਤੇ ਸਭ ਕੁਝ ਵਾਪਸ ਆ ਜਾਂਦਾ ਹੈ। ਇਸੇ ਤਰ੍ਹਾਂ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਇੱਕ ਚੱਕਰ ਵਿੱਚ ਚੱਲਦੇ ਨੇ। ਪਾਣੀ ਸਮੁੰਦਰ ਤੇ ਧਰਤੀ ਤੋਂ ਵਾਸ਼ਪਿਤ ਹੋ ਕੇ ਵਾਯੂਮੰਡਲ ਵਿੱਚ ਪੁੱਜ ਜਾਂਦਾ ਹੈ। ਇੱਥੇ ਸੰਘਣਨ ਹੋ ਕੇ ਵਾਸ਼ਪਾਂ ਤੋਂ ਮੁੜ ਪਾਣੀ ਬਣ ਜਾਂਦਾ ਹੈ। ਇਹਦਾ ਮਤਲਬ ਇਹ ਪਾਣੀ ਫਿਰ ਬਰਫ਼, ਮੀਂਹ ਤੇ ਗੜਿਆਂ ਦੇ ਰੂਪ 'ਚ ਧਰਤੀ ਤੇ ਡਿੱਗ ਕੇ ਸਮੁੰਦਰਾਂ 'ਚ ਪਹੁੰਚ ਜਾਂਦਾ ਹੈ। ਬਿਲਕੁਲ, ਮੀਂਹ ਦੇ ਰੂਪ ਵਿੱਚ ਇਹ ਪਾਣੀ ਮਿੱਟੀ ਮਤਲਬ ਥਲ ਮੰਡਲ ਨੂੰ ਪ੍ਰਭਾਵਿਤ ਕਰਦਾ ਹੈ। ਸੁਮਿਤ ਇੱਕ ਕੰਮ ਕਰੋ, ਬਗੀਚੇ 'ਚੋਂ ਥੋੜੀ ਮਿੱਟੀ ਲੈ ਕੇ ਆਓ। ਹਾਂਜੀ ਸਰ ਲਿਆਣਾ ਹੁਣੀ। ਮਨੀਸ਼ਾ ਤੁਸੀਂ ਸਭ ਲਿਖ ਰਹੇ ਹੋ ਨਾ? ਹਾਂਜੀ ਅੰਕਲ। ਭਾਬੀ ਜੀ ਹਰੀ ਨੂੰ ਕਹਿਣਾ ਚਾਹ 'ਚ ਚੀਨੀ ਘੱਟ ਰੱਖੇ। ਠੀਕ ਹੈ ਮੈਂ ਕਹਿੰਨੀ ਹਾਂ। ਆ ਲਓ ਅੰਕਲ ਮੈਂ ਮਿੱਟੀ ਲੈ ਆਇਆ। ਅੱਛਾ ਹੁਣ ਸੁਣੋ, ਇਸ ਮਿੱਟੀ ਵਿੱਚ ਸਾਰੇ ਕਾਰਕ ਨੇ, ਜਿਵੇਂ ਥਲ ਮੰਡਲ ਵਾਲੇ ਖਣਿਜ, ਜਲ ਮੰਡਲ ਵਾਲੀ ਨਮੀ, ਜੈਵ ਮੰਡਲ ਦੇ ਕੀੜੇ ਮਕੌੜੇ, ਪੌਦੇ ਤੇ ਮਿੱਟੀ ਦੇ ਟੁਕੜਿਆਂ ਵਿਚਲੀ ਹਵਾ ਹੈ ਵਾਯੂਮੰਡਲ ਦੀ। ਇਹ ਪੂਰੀ ਪ੍ਰਣਾਲੀ ਜੀਵਨ ਨੂੰ ਬਣਾਉਂਦੀ ਹੈ ਤੇ ਅਸੀਂ ਇਸ ਨੂੰ ਧਰਤੀ ਕਹਿੰਦੇ ਹਾਂ। ਵਾਹ ਭਾਈ ਸਾਹਿਬ, ਤੁਸੀਂ ਤਾਂ ਬੜੇ ਹੀ ਵਧੀਆ ਢੰਗ ਨਾਲ ਸਮਝਾਇਆ। ਧਰਤੀ ਦਾ ਜ਼ਿਆਦਾਤਰ ਥਲੀ ਜੀਵਨ ਜ਼ਮੀਨ ਦੇ ਹੇਠਾਂ 3 ਮੀਟਰ ਤੋਂ ਤੇ ਜ਼ਮੀਨ ਦੇ ਉੱਪਰ 30 ਮੀਟਰ ਤੱਕ ਫੈਲਿਆ ਹੈ, ਪਰ ਮਹਾਸਾਗਰਾਂ ਤੇ ਸਮੁੰਦਰਾਂ 'ਚ ਜ਼ਿਆਦਾਤਰ ਜਲੀ ਜੀਵਨ ਸਤ੍ਹਾ ਤੋਂ ਲਗਭਗ 200 ਮੀਟਰ ਡੂੰਘਾਈ ਤੱਕ ਮਿਲਦਾ ਹੈ। ਪਰ ਅੰਕਲ ਪੰਛੀ ਤਾਂ ਬਹੁਤ ਉੱਚੇ ਉੱਡਦੇ ਦਿਸਦੇ ਨੇ। ਹਾਂ, ਕੁਝ ਪ੍ਰਾਣੀ ਇਹਨਾਂ ਸੀਮਾਵਾਂ ਤੋਂ ਕਾਫੀ ਪਾਰ ਵੀ ਜਿਉਂਦੇ ਰਹਿੰਦੇ ਨੇ। ਕੁਝ ਪੰਛੀ 8 ਕਿਲੋਮੀਟਰ ਉਚਾਈ ਤੱਕ ਤੇ ਕੁਝ ਮੱਛੀਆਂ 8 ਕਿਲੋਮੀਟਰ ਥੱਲੇ ਤੱਕ ਰਹਿੰਦੇ ਨੇ। ਤੇ ਸੂਖਮ ਜੀਵ ਤਾਂ ਇਸ ਤੋਂ ਵੀ ਪਾਰ ਜਿਉਂਦੇ ਹੋਣਗੇ ਅੰਕਲ। ਬਿਲਕੁਲ ਸਹੀ। ਤੇ ਅਸੀਂ ਚਰਚਾ ਕਰ ਰਹੇ ਸੀ ਰੁੱਖਾਂ ਦੀ ਕਟਾਈ, ਮਿੱਟੀ ਦੀ ਗੁਣਵੱਤਾ ਵਿੱਚ ਗਿਰਾਵਟ, ਜਲਵਾਯੂ ਪਰਿਵਰਤਨ, ਤੇਜ਼ ਮੀਂਹ, ਭੂਖ ਹੋਰ, ਖੁਸ਼ਕ ਮੌਸਮ, ਤੇਜ਼ ਹਵਾ, ਸੁੱਕੀ ਮਿੱਟੀ ਦਾ ਹਵਾ ਵਿੱਚ ਉੱਡ ਜਾਣਾ, ਧਰਤੀ ਦਾ ਤਾਪਮਾਨ ਵਧਣਾ, ਬਰਫ਼ ਦਾ ਪਿਘਲਣਾ, ਸਮੁੰਦਰ ਦਾ ਪੱਧਰ ਵਧਣਾ, ਹੜ੍ਹ ਤੇ ਸੁਨਾਮੀ ਆਉਣਾ। ਹੈ ਇਹ ਸਾਰੀਆਂ ਇੱਕ ਦੂਜੇ ਨਾਲ ਇੰਨੀਆਂ ਜੁੜੀਆਂ? ਹਾਂ, ਮਿੱਟੀ ਦਾ ਕਟਾਅ, ਪੌਦਿਆਂ ਦੀ ਬਰਬਾਦੀ, ਵਾਯੂਮੰਡਲ ਵਿਚਲੀ ਆਕਸੀਜਨ ਘਟਣੀ, ਅਣਚਾਹੀਆਂ ਗੈਸਾਂ ਅਤੇ ਕਣਾਂ ਦਾ ਵਾਧਾ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਸੰਤੁਲਨ ਦਾ ਵਿਗਾੜ, ਜੈਵ ਮੰਡਲ ਦੇ ਲਗਭਗ ਸਾਰੇ ਤੱਤਾਂ ਦੀ ਹੋਂਦ ਦੇ ਲਈ ਖਤਰਾ ਹੁੰਦਾ ਹੈ। ਤਾਂ ਤੇ ਅੰਕਲ ਜੀਵਨ ਤਾਂ ਖਤਮ ਹੀ ਸਮਝੋ। ਹਾਂ, ਖਤਰਾ ਤਾਂ ਪੈਦਾ ਹੁੰਦਾ ਹੈ, ਪਰ ਕੁਝ ਪ੍ਰਜਾਤੀਆਂ ਜੀਵਨ ਲਈ ਜ਼ਿਆਦਾ ਠੀਕ ਸਥਿਤੀਆਂ ਦੀ ਭਾਲ ਵਿੱਚ ਹੋਰ ਸਥਾਨਾਂ 'ਤੇ ਚਲੀਆਂ ਜਾਂਦੀਆਂ ਨੇ, ਤੇ ਕੁਝ ਪ੍ਰਜਾਤੀਆਂ ਸਰੀਰ ਦਾ ਆਕਾਰ ਬਦਲ ਲੈਂਦੀਆਂ ਨੇ ਤੇ ਕਈ ਅਲੋਪ ਹੋ ਜਾਂਦੀਆਂ ਨੇ। ਇਹ ਤਾਂ ਸੱਚ ਹੈ, ਧਰਤੀ ਦੀ ਜਲਵਾਯੂ ਪ੍ਰਣਾਲੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਇਸ ਦੇ ਕਾਰਨ ਨੇ ਇਸ ਦੀ ਆਪਣੇ ਅੰਦਰਲੀ ਗਤੀਸ਼ੀਲਤਾ ਤੇ ਬਲ, ਜਿਵੇਂ ਜਵਾਲਾਮੁਖੀਆਂ ਦਾ ਫਟਣਾ, ਸੌਰ ਗਰਮੀ ਦਾ ਬਦਲਣਾ ਵਗੈਰਾ। ਤਾਂ ਇਹਦਾ ਮਤਲਬ ਖੇਤੀ, ਸ਼ਹਿਰੀਕਰਨ ਤੇ ਉਦਯੋਗੀਕਰਨ ਲਈ ਜੰਗਲਾਂ ਦੀ ਕਟਾਈ ਕਾਰਨ ਵੀ ਵਾਯੂਮੰਡਲ ਬਦਲਦਾ ਜਾਂਦਾ ਹੈ। ਬਿਲਕੁਲ। ਤਾਂ ਕਿ ਜ਼ਿਆਦਾਤਰ ਜਲਵਾਯੂ ਪਰਿਵਰਤਨ ਮਨੁੱਖ ਤੋਂ ਪ੍ਰੇਰਿਤ ਹੈ। ਹਾਂ, ਬਰਫ਼ ਦੀਆਂ ਚੱਟਾਨਾਂ ਆਪਣੇ ਆਪ ਨਹੀਂ ਪਿਘਲ ਰਹੀਆਂ, ਕਿਸੇ ਸਮੁੰਦਰ ਜਾਂ ਨਦੀ ਦੇ ਪਾਣੀ ਦਾ ਪੱਧਰ ਆਪਣੇ ਆਪ ਨਹੀਂ ਵੱਧ ਰਿਹਾ। ਇਹ ਨਤੀਜਾ ਹੈ ਸਾਡੇ ਵੱਲੋਂ ਜੰਗਲ ਵੱਢ ਕੇ ਕੰਕਰੀਟ ਦੇ ਢਾਂਚੇ ਬਣਾਉਣ ਦਾ। ਅੱਛਾ। ਹਾਂ, ਮੈਂ ਪੜ੍ਹਿਆ 2025 ਤੱਕ ਬੈਂਗਲੁਰੂ ਦਾ 95% ਹਿੱਸਾ ਕੰਕਰੀਟ ਹੋਏਗਾ। ਇਸੇ ਚੱਕਰ 'ਚ ਬਲੀ ਚੜ੍ਹਦੀਆਂ ਨੇ ਝੀਲਾਂ ਤੇ ਹਰਿਆਲੀ। ਹਵਾ ਆਪੇ ਪ੍ਰਦੂਸ਼ਿਤ ਨਹੀਂ ਹੋ ਰਹੀ, ਸਾਡੀਆਂ ਗਤੀਵਿਧੀਆਂ ਕਰਦੀਆਂ ਨੇ ਖਰਾਬ ਕੁਦਰਤੀ ਚੱਕਰਾਂ ਨੂੰ। ਸੋ ਜਲਵਾਯੂ ਪਰਿਵਰਤਨ ਹੈ ਸਾਡੇ ਸਮੇਂ ਦੀਆਂ ਸਭ ਤੋਂ ਪ੍ਰਮੁੱਖ ਚੁਣੌਤੀਆਂ 'ਚੋਂ ਇੱਕ। ਅੰਕਲ ਇਹਦਾ ਮਤਲਬ ਮੇਰਾ ਸੁਪਨਾ ਸੱਚ ਹੋ ਜਾਵੇਗਾ। ਸੁਪਨਾ? ਕਿਹੜਾ ਸੁਪਨਾ? ਅੰਕਲ ਵੀਰੇ ਨੇ ਸੁਪਨੇ 'ਚ ਜਲਵਾਯੂ ਬਦਲਾਅ ਕਾਰਨ ਪਿਘਲਦੀ ਬਰਫ਼ ਤੇ ਡੁੱਬਦੇ ਟਾਪੂ ਵੇਖੇ ਨੇ। ਅੱਛਾ।
ਚਲੋ ਬੱਚਿਓ, ਧਿਆਨ ਦਿਓ ਕਿ ਪਿਛਲੇ 100 ਸਾਲਾਂ ਵਿੱਚ ਭਾਰਤ ਵਿੱਚ ਔਸਤਨ ਤਾਪਮਾਨ 1.1 ਡਿਗਰੀ ਸੈਲਸੀਅਸ ਵੱਧ ਗਿਆ ਹੈ। ਮੌਨਸੂਨੀ ਮੌਸਮ ਤੋਂ ਛੁੱਟ ਬਾਕੀ ਤਿੰਨੇ ਮੌਸਮਾਂ ਵਿੱਚ ਤਾਪਮਾਨ ਦੇ ਵਾਧੇ ਨੇ ਪੈਰਿਸ ਸਮਝੌਤੇ ਦੁਆਰਾ ਨਿਰਧਾਰਿਤ 1.5 ਡਿਗਰੀ ਸੈਲਸੀਅਸ ਦੇ ਟੀਚੇ ਨੂੰ ਪਾਰ ਕੀਤਾ ਹੈ। ਤਾਜ਼ਾ ਖੋਜਾਂ ਮੁਤਾਬਿਕ ਜਲਵਾਯੂ ਪਰਿਵਰਤਨ ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਝੱਲਣ ਵਾਲੇ ਦੇਸ਼ਾਂ 'ਚ ਭਾਰਤ ਸ਼ਾਮਲ ਹੋਏਗਾ। ਓ ਇਹ ਤਾਂ ਬੜੀ ਮਾੜੀ ਗੱਲ ਹੈ। ਹਾਲਾਤ ਪਹਿਲਾਂ ਨਾਲੋਂ ਮਾੜੇ ਨੇ। ਜਲਵਾਯੂ ਪਰਿਵਰਤਨ ਹਰ ਥਾਂ ਵਿਖਾਈ ਦਿੰਦਾ ਹੈ, ਪਰ ਜੇਕਰ ਅਸੀਂ ਤੱਥਾਂ ਨੂੰ ਸਮਝ ਕੇ ਆਪਣੇ ਰੋਜ਼ਾਨਾ ਕਾਰਜਾਂ ਵਿੱਚ ਸੁਧਾਰ ਕਰੀਏ ਤਾਂ ਜਿਨ੍ਹਾਂ ਕਾਰਕਾਂ ਤੇ ਅਸੀਂ ਚਰਚਾ ਕੀਤੀ ਹੈ ਉਹਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਅੰਕਲ, ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅਜੇ ਵੀ ਦੇਰ ਨਹੀਂ ਹੋਈ, ਹਾਲਾਤ ਨੂੰ ਕਾਬੂ ਕੀਤਾ ਜਾ ਸਕਦਾ ਹੈ? ਬਿਲਕੁਲ, ਸਾਨੂੰ ਹਮੇਸ਼ਾ ਚੰਗਾ ਹੀ ਸੋਚਣਾ ਚਾਹੀਦਾ ਹੈ ਤੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਹਾਰਿਕ ਵਿਕਲਪਾਂ ਦੀ ਤਲਾਸ਼ ਕਰਨ 'ਚ ਲੱਗੇ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਸਭ ਕੁਝ ਦੇ ਸਕਦੇ ਹਾਂ ਜਿਹੜਾ ਅਸੀਂ ਆਪਣੇ ਜੀਵਨ ਵਿੱਚ ਵੇਖਿਆ। ਵਾਓ! ਚਲੋ ਘੱਟੋ ਘੱਟ ਬੱਚੇ ਹੱਸੇ ਤਾਂ ਸਹੀ, ਖੁਸ਼ ਤਾਂ ਹੋਏ। ਕੱਲ੍ਹ ਤੋਂ ਬਹੁਤ ਪਰੇਸ਼ਾਨ ਸੀ, ਮੈਂ ਤਾਂ ਡਰ ਹੀ ਗਈ ਸੀ, ਪਰ ਹੁਣ ਲੱਗਦਾ ਹੈ ਇਹਨਾਂ ਨੂੰ ਕਾਫੀ ਸਾਰੀਆਂ ਗੱਲਾਂ ਸਮਝ ਆ ਗਈਆਂ ਨੇ। ਹੁਣ ਅਸੀਂ ਜਾਣ ਗਏ ਹਾਂ ਕਿ ਆਪਣੀ ਧਰਤੀ ਨੂੰ ਬਚਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਦੀਦੀ ਕੀ ਨਹੀਂ ਕਰਨਾ ਚਾਹੀਦਾ ਹੈ। ਪਰ ਇਸ ਵੇਲੇ ਤੇ ਸਾਰਿਆਂ ਨੂੰ ਨਾਸ਼ਤਾ ਕਰਨਾ ਚਾਹੀਦਾ ਹੈ। ਹਰੀ ਸਮਝ ਗਿਆ, ਲਿਆ ਵੀ ਲਿਆ ਹਰੀ। ਚਲੋ ਚਲੋ। ਤੇ ਹੁਣ ਨੋਟ ਕਰੋ ਇਸ ਕੜੀ 'ਚ ਪੁੱਛੇ ਗਏ ਸਵਾਲ। ਪਹਿਲਾ ਸਵਾਲ ਹੈ, ਸਾਡੀ ਧਰਤੀ ਕਿੰਨਾ ਮੰਡਲਾਂ ਵਿੱਚ ਵੰਡੀ ਹੈ? ਦੂਸਰਾ ਸਵਾਲ ਹੈ, ਧਰਤੀ ਵਿੱਚ ਚੱਲਦੇ ਚੱਕਰਾਂ ਵਿੱਚ ਖਲਲ ਨਾਲ ਕੀ ਵਾਪਰੇਗਾ? ਸਵਾਲ ਇੱਕ ਵਾਰ ਫੇਰ ਸੁਣ ਲਓ। ਪਹਿਲਾ ਸਵਾਲ ਹੈ, ਸਾਡੀ ਧਰਤੀ ਕਿੰਨਾ ਮੰਡਲਾਂ ਵਿੱਚ ਵੰਡੀ ਹੈ? ਦੂਸਰਾ ਸਵਾਲ ਹੈ, ਧਰਤੀ ਵਿੱਚ ਚੱਲਦੇ ਚੱਕਰਾਂ ਵਿੱਚ ਖਲਲ ਨਾਲ ਕੀ ਵਾਪਰੇਗਾ? ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਬਦਲਦਾ ਜਲਵਾਯੂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹੁਣੇ ਤੁਸੀਂ ਸੁਣ ਰਹੇ ਸੀ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ ਤੀਜੀ ਕੜੀ। ਪੰਜਾਬੀ ਰੂਪਾਂਤਰ ਤੇ ਲੇਖਨ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਇਸ ਕੜੀ 'ਚ ਭਾਗ ਲੈਣ ਵਾਲੇ ਕਲਾਕਾਰ ਹਰਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਅਰਜੁਨਾ ਪੱਲਾ, ਮਾਸਟਰ ਹਰ ਹੁਨਰ, ਅਮਿਤ ਸ਼ਰਮਾ, ਅਵਿਨਾਸ਼ ਤੇ ਸੁਨੀਲ ਜੋਸ਼ੀ। ਵਿਸ਼ੇਸ਼ ਸਹਿਯੋਗ ਰਾਜਕੁਮਾਰ ਤੁਲੀ। ਪੇਸ਼ਕਸ਼ ਗੁਰਵਿੰਦਰ ਸਿੰਘ ਸੰਧੂ।